Hello everyone, I am Sunita, English mistress from Government Senior Secondary School Chaksadoke. Today we will discuss about the story of the lesson Journey by Night. This is Sher Singh and his hut. Sher Singh is the main character of the story. This is Sher Singh's father. ਇਹ ਸ਼ੇਰ ਸਿੰਘ ਦੇ ਪਿਤਾ ਹਨ। He was known far and wide as ਸ਼ੇਰ ਸਿੰਘ ਬਹਾਦਰ the brave. ਉਹ ਦੂਰ ਦੂਰ ਤੱਕ ਸ਼ੇਰ ਸਿੰਘ ਬਹਾਦਰ ਦੇ ਨਾਮ ਨਾਲ ਮਸ਼ਹੂਰ ਸੀ। A famous hunter, ਇੱਕ ਮਸ਼ਹੂਰ ਸ਼ਿਕਾਰੀ with the little Bahadur added to his name like a medal because of all he had done. ਜਿਸ ਦੇ ਨਾਮ ਨਾਲ ਬਹਾਦਰ ਇੱਕ ਤਮਗੇ ਦੀ ਤਰ੍ਹਾਂ ਜੋੜ ਦਿੱਤਾ ਗਿਆ ਸੀ ਉਸ ਦੇ ਕੀਤੇ ਗਏ ਕੰਮਾਂ ਕਰਕੇ he lived his life here in Laldwani village grazing his animals cultivating his bit of land ਉਸਨੇ ਆਪਣਾ ਸਾਰਾ ਜੀਵਨ ਲਾਲਦਵਾਨੀ ਪਿੰਡ ਵਿੱਚ ਆਪਣੇ ਜਾਨਵਰਾਂ ਨੂੰ ਚਰਾਉਂਦੇ ਹੋਏ ਅਤੇ ਆਪਣੀ ਥੋੜੀ ਜਿਹੀ ਜ਼ਮੀਨ ਤੇ ਖੇਤੀ ਕਰਦੇ ਹੋਏ ਬਿਤਾਇਆ ਸੀ but whenever an expedition entered the jungle in search of big game, they sent for Bahadur the brave. ਪਰ ਜਦੋਂ ਕੋਈ ਦਲ ਜੰਗਲ ਵਿੱਚ ਕਿਸੇ ਵੱਡੇ ਸ਼ਿਕਾਰੀ ਦੀ ਖੋਜ ਵਿੱਚ ਦਾਖਲ ਹੁੰਦਾ ਤਾਂ ਉਹ ਬਹਾਦਰ ਨੂੰ ਬੁਲਾਵਾ ਭੇਜ ਦਿੰਦੇ all along his skull and back and shoulder went a scar where claws had opened his flesh to the bone when he was pulling a comrade away from a tiger. ਉਸ ਦੀ ਪੂਰੀ ਖੋਪੜੀ ਪਿੱਠ ਅਤੇ ਮੋਢੇ ਦੇ ਉੱਪਰ ਜ਼ਖਮ ਦਾ ਇੱਕ ਨਿਸ਼ਾਨ ਬਣਿਆ ਹੋਇਆ ਸੀ ਜਿੱਥੇ ਬਾਘ ਪੰਜਿਆਂ ਨੇ ਉਸ ਦੀ ਚਮੜੀ ਨੂੰ ਹੱਡੀਆਂ ਤੱਕ ਫਾੜ ਦਿੱਤਾ ਸੀ ਜਦੋਂ ਉਹ ਆਪਣੇ ਇੱਕ ਸਾਥੀ ਨੂੰ ਬਾਘ ਤੋਂ ਬਚਾਉਂਦੇ ਹੋਏ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸੀ Now he was away in the jungle with an expedition. ਅੱਜਕੱਲ ਉਹ ਇੱਕ ਦਲ ਦੇ ਨਾਲ ਜੰਗਲ ਵਿੱਚ ਗਿਆ ਹੋਇਆ ਸੀ All the men of the jungle too were away as beaters. ਪਿੰਡ ਦੇ ਸਾਰੇ ਲੋਕ ਉਸ ਦੇ ਨਾਲ ਢੋਲ ਵਜਾਉਣ ਵਾਲਿਆਂ ਦੇ ਰੂਪ ਵਿੱਚ ਗਏ ਹੋਏ ਸਨ This is Kuvar lying in the hut with a pain in his stomach that was getting worse. ਇਹ ਕੁੰਵਰ ਹੈ ਜੋ ਕਿ ਆਪਣੇ ਮਿਹਦੇ ਵਿੱਚ ਬਹੁਤ ਜ਼ਿਆਦਾ ਦਰਦ ਨਾਲ ਕੁਰਲਾ ਰਿਹਾ ਸੀ ਅਤੇ ਉਸ ਦੀ ਹਾਲਤ ਹੋਰ ਜ਼ਿਆਦਾ ਦਰਦਨਾਕ ਹੁੰਦੀ ਜਾ ਰਹੀ ਸੀ Sher Singh himself was only 12 years old, small and cheerful, a child of jungle, and his brother was several years younger. ਸ਼ੇਰ ਸਿੰਘ ਖੁਦ ਇੱਕ ਛੋਟਾ ਪ੍ਰਸੰਨਚਿਤ ਜੰਗਲ ਵਿੱਚ ਰਹਿਣ ਵਾਲਾ 12 ਸਾਲ ਦਾ ਬੱਚਾ ਸੀ ਅਤੇ ਉਸ ਦਾ ਭਰਾ ਉਸ ਤੋਂ ਕਾਫੀ ਸਾਲ ਛੋਟਾ ਸੀ There had been other children, of course, ਭਾਵੇਂ ਉਸਦੇ ਹੋਰ ਵੀ ਭੈਣ ਭਰਾ ਹੋਏ ਸਨ but they were dead ਪਰ ਉਹ ਮਰ ਚੁੱਕੇ ਸਨ carried out by cholera and influenza ਹੈਜੇ ਅਤੇ ਫਲੂ ਦੇ ਕਾਰਨ He must be carried to the hospital at Kala Ghat, said his mother. ਇਸ ਨੂੰ ਜ਼ਰੂਰ ਕਾਲਾ ਘਾਟ ਦੇ ਹਸਪੀਟਲ ਵਿੱਚ ਲਿਜਾਣਾ ਪਵੇਗਾ ਉਸ ਦੀ ਮਾਤਾ ਨੇ ਕਿਹਾ There are no men in the village. I will take him. ਪਿੰਡ ਵਿੱਚ ਕੋਈ ਵੀ ਆਦਮੀ ਨਹੀਂ ਹੈ ਮੈਂ ਇਸ ਨੂੰ ਲੈ ਕੇ ਜਾਵਾਂਗਾ His mother must stay behind to mind the cattle and work on the land without which they would all starve and he and she both understood this without saying so. ਉਸ ਦੀ ਮਾਤਾ ਨੂੰ ਪਸ਼ੂਆਂ ਦੀ ਦੇਖਭਾਲ ਕਰਨ ਲਈ ਪਿੱਛੇ ਰਹਿਣਾ ਪੈਣਾ ਸੀ ਅਤੇ ਜ਼ਮੀਨ ਦਾ ਕੰਮ ਕਰਨਾ ਪੈਣਾ ਸੀ ਨਹੀਂ ਤਾਂ ਉਹ ਭੁੱਖੇ ਮਰ ਜਾਂਦੇ ਉਹ ਤੇ ਉਸ ਦੀ ਮਾਂ ਇਸ ਗੱਲ ਨੂੰ ਬਿਨਾਂ ਕਹੇ ਹੀ ਸਮਝਦੇ ਸਨ She took one of her two saris
and make a sling for Sher Singh's. ਉਸਨੇ ਆਪਣੀਆਂ ਦੋ ਸਾੜੀਆਂ ਵਿੱਚੋਂ ਇੱਕ ਲਈ ਅਤੇ ਸ਼ੇਰ ਸਿੰਘ ਦੇ ਲਈ ਗਲਪੱਟੀ ਬਣਾ ਦਿੱਤੀ। ਲਿਫਟਡ ਅਪ ਕੁੰਵਰ ਨੂੰ ਚੱਕਿਆ ਐਂਡ ਪੁੱਟ ਹਿਮ ਇਨਟੂ ਇਟ ਅਤੇ ਉਸ ਵਿੱਚ ਬਿਠਾ ਦਿੱਤਾ। ਸ਼ੇਰ ਸਿੰਘ could feel immediately the heat of the boy's body burning through the cotton cloths on his back. ਸ਼ੇਰ ਸਿੰਘ ਤੁਰੰਤ ਲੜਕੇ ਦੇ ਸਰੀਰ ਦੀ ਗਰਮੀ ਨੂੰ ਮਹਿਸੂਸ ਕਰ ਸਕਦਾ ਸੀ ਜਿਹੜਾ ਸੂਤੀ ਕੱਪੜੇ ਦੇ ਵਿੱਚੋਂ ਉਸਦੀ ਗਰਦਨ ਨੂੰ ਤਪਦਾ ਹੋਇਆ ਲੱਗ ਰਿਹਾ ਸੀ। ਕਾਲਾਘਾਟ was 80 ਕਿਲੋਮੀਟਰ away. ਕਾਲਾਘਾਟ 80 ਕਿਲੋਮੀਟਰ ਦੂਰ ਸੀ। There was a jungle and 2 rivers to be crossed. ਉੱਥੇ ਇੱਕ ਜੰਗਲ ਅਤੇ 2 ਨਦੀਆਂ ਸਨ ਗੁਜ਼ਰਨ ਦੇ ਲਈ। He started his journey. ਉਸਨੇ ਆਪਣੀ ਯਾਤਰਾ ਸ਼ੁਰੂ ਕੀਤੀ। Night fell. ਰਾਤ ਹੋ ਗਈ ਸੀ। The sky blazed with star. ਆਸਮਾਨ ਤਾਰਿਆਂ ਨਾਲ ਚਮਕ ਉੱਠਿਆ। Presently the moon rose. ਥੋੜੇ ਹੀ ਸਮੇਂ ਵਿੱਚ ਚੰਨ ਚੜ੍ਹ ਗਿਆ ਸੀ। The sight of bear tracks in the dust, the square front paw and long back one with the shaggy claws made him glance round uneasily. ਮਿੱਟੀ ਵਿੱਚ ਰਿੱਛਦੇ ਪੈਰਾਂ ਦੇ ਨਿਸ਼ਾਨ, ਅੱਗੇ ਵਾਲੇ ਵਰਗਾਕਾਰ ਪੰਜੇ ਅਤੇ ਪਿੱਛੇ ਵਾਲੇ ਲੰਬੇ ਖੁਰਦਰੇ ਪੰਜਿਆਂ ਸਹਿਤ ਇਹਨਾਂ ਨੂੰ ਦੇਖ ਕੇ ਚਾਰੇ ਪਾਸੇ ਉਹ ਬੇਚੈਨੀ ਨਾਲ ਨਜ਼ਰ ਮਾਰਨ ਲੱਗਿਆ। He had once seen a man who had been mauled by a bear, all his face torn away. ਇੱਕ ਵਾਰ ਉਸਨੇ ਇੱਕ ਆਦਮੀ ਨੂੰ ਦੇਖਿਆ ਸੀ ਜਿਸ ਨੂੰ ਇੱਕ ਰਿੱਛ ਨੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ। ਉਸਦਾ ਪੂਰਾ ਚਿਹਰਾ ਬੁਰੀ ਤਰ੍ਹਾਂ ਝਰੀਟਿਆ ਹੋਇਆ ਸੀ। He quickened his steps. ਉਸਨੇ ਆਪਣੇ ਕਦਮਾਂ ਨੂੰ ਤੇਜ਼ ਕਰ ਦਿੱਤਾ। It was then he heard the jostle and squeal of the elephants. ਉਦੋਂ ਹੀ ਉਸਨੇ ਹਾਥੀਆਂ ਦੀਆਂ ਚੀਕਾਂ ਅਤੇ ਇੱਕ ਦੂਸਰੇ ਨੂੰ ਧੱਕੇ ਮਾਰਨ ਦੀ ਆਵਾਜ਼ ਸੁਣੀ। Below him on each side of the shallow river bed, the elephants travel. ਉਸਦੇ ਹੇਠਾਂ ਦੇ ਵੱਲ ਘੱਟ ਗਹਿਰਾਈ ਵਾਲੇ ਤਲ ਤੇ ਦੋਨੋਂ ਪਾਸੇ ਹਾਥੀ ਚਲਦੇ ਹੋਏ ਜਾ ਰਹੇ ਸਨ। He could see the cows and babies and one great old tusker. ਉਹ ਹਾਥੀਆਂ ਅਤੇ ਉਹਨਾਂ ਦੇ ਬੱਚੇ ਅਤੇ ਇੱਕ ਬਹੁਤ ਬੁੱਢੇ ਹਾਥੀ ਨੂੰ ਦੇਖ ਸਕਦਾ ਸੀ। He was playing his trunk to and fro to learn whatever the breeze could tell him, and suddenly he hesitated. ਉਹ ਇਹ ਜਾਣਨ ਲਈ ਜੋ ਵੀ ਮੰਦਪੌਣ ਉਸਨੂੰ ਦੱਸ ਸਕਦੀ ਸੀ ਆਪਣੀ ਸੁਣ ਨੂੰ ਇੱਧਰ ਉੱਧਰ ਘੁਮਾ ਰਿਹਾ ਸੀ ਅਤੇ ਅਚਾਨਕ ਉਹ ਰੁਕ ਗਿਆ। The trunk came round towards the boys. ਉਸਦੀ ਸੁਣ ਘੁੰਮ ਕੇ ਲੜਕਿਆਂ ਵੱਲ ਆਈ। Though ਸ਼ੇਰ ਸਿੰਘ was tired, ਭਾਵੇਂ ਸ਼ੇਰ ਸਿੰਘ ਥੱਕਿਆ ਹੋਇਆ ਸੀ, he reloaded cover and on his back and moved on. ਤਾਂ ਵੀ ਉਸਨੇ ਕੁੰਵਰ ਨੂੰ ਆਪਣੀ ਪਿੱਠ ਤੇ ਬਿਠਾਇਆ ਅਤੇ ਚੱਲਣਾ ਸ਼ੁਰੂ ਕੀਤਾ। He scrambled down into the river bed. ਉਹ ਘਿਸੜ ਕੇ ਨਦੀ ਵਿੱਚ ਉਤਰ ਗਿਆ। Though the water was only waist deep, ਪਾਣੀ ਭਾਵੇਂ ਉਸਦੇ ਲੱਕ ਤੱਕ ਹੀ ਸੀ, but he had to go slowly. ਪਰ ਉਸਨੂੰ ਹੌਲੀ ਜਾਣਾ ਪਿਆ because slim on the stones, ਕਿਉਂਕਿ ਪੱਥਰਾਂ ਦੇ ਉੱਤੇ ਕਾਈ ਸੀ। As Sher Singh washed up on the shore, water twinkled on his footprints before sinking into the sand. ਜਿਵੇਂ ਹੀ ਉਹ ਕੰਢੇ ਤੇ ਭਿੱਜਿਆ ਹੋਇਆ ਬਾਹਰ ਨਿਕਲਿਆ, ਉਸਦੇ ਪੈਰਾਂ ਤੇ ਪਾਣੀ ਚਮਕ ਰਿਹਾ ਸੀ। Coming out of the river were another set of prints as a tiger's, and there was glitter in them too. ਨਦੀ ਵਿੱਚੋਂ ਨਿਕਲਦੇ ਹੋਏ ਇੱਕ ਹੋਰ ਚੀਤੇ ਦੇ ਪੈਰਾਂ ਦੇ ਚਿੰਨ੍ਹ ਵੀ ਸਨ, ਜਿਵੇਂ ਕਿ ਹੁਣੇ ਇੱਕ ਚੀਤਾ ਨਦੀ ਪਾਰ ਕਰਕੇ ਉੱਥੋਂ ਲੰਘਿਆ ਹੋਵੇ। Towards midnight, the second river from far away a steady roar of flood. ਅੱਧੀ ਰਾਤ ਦੇ ਲਗਭਗ ਉਸਨੂੰ ਦੂਸਰੀ ਨਦੀ ਦੀ ਆਵਾਜ਼ ਦੂਰ ਤੋਂ ਹੀ ਸੁਣਾਈ ਦਿੱਤੀ। ਹੜ੍ਹ ਦੇ ਪਾਣੀ ਦੀ ਲਗਾਤਾਰ ਆਉਂਦੀ ਹੋਈ ਆਵਾਜ਼।
When he came out on the shore, he saw it. ਜਦੋਂ ਉਹ ਕਿਨਾਰੇ ਤੇ ਪਹੁੰਚਿਆ, ਉਸਨੇ ਦੇਖਿਆ a big head of the snow must have melted yesterday, ਕਿ ਇੱਕ ਬਰਫ਼ ਦਾ ਬਹੁਤ ਵੱਡਾ ਪੌਦਾ ਕੱਲ ਪਿਘਲ ਗਿਆ ਹੋਵੇਗਾ, because from bank to bank the river formed, ਕਿਉਂਕਿ ਨਦੀ ਦੇ ਕਿਨਾਰੇ ਪੂਰੀ ਤਰ੍ਹਾਂ ਝੱਗ ਨਾਲ ਭਰੇ ਹੋਏ ਸਨ। He looked for the bridge, ਉਸਨੇ ਪੁਲ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। It was not there, ਉਹ ਉੱਥੇ ਨਹੀਂ ਸੀ। Only a fierce crust of water showed where it lay submerged, ਕੇਵਲ ਪਾਣੀ ਦੀ ਇੱਕ ਚੋਟੀ ਤੋਂ ਪਤਾ ਲੱਗ ਰਿਹਾ ਸੀ ਕਿ ਉਹ ਇੱਥੇ ਹੀ ਸੀ, ਪਾਣੀ ਵਿੱਚ ਡੁੱਬਿਆ ਹੋਇਆ। He could hear the river grinding its teeth, ਉਹ ਪਾਣੀ ਵਿੱਚ ਡੁੱਬੇ ਹੋਏ ਆਪਣੇ ਦੰਦ ਪੀਸਦੀ ਹੋਈ ਨਦੀ ਦੀ ਆਵਾਜ਼ ਨੂੰ ਸੁਣ ਸਕਦਾ ਸੀ। Then a tree, churning over and over, crashed against the drowned bridge. ਤਦ ਇੱਕ ਦਰਖਤ ਜੋ ਜ਼ੋਰ-ਜ਼ੋਰ ਦੀ ਘੁੰਮਦਾ ਹੋਇਆ ਆ ਰਿਹਾ ਸੀ, ਡੁੱਬੇ ਹੋਏ ਪੁਲ ਦੇ ਨਾਲ ਆ ਕੇ ਟਕਰਾਇਆ। Which heeled and broke, throwing up its bamboo ribs like a fan. ਜਿਹੜਾ ਕਿ ਇੱਕ ਤਰਫ ਨੂੰ ਝੁਕ ਗਿਆ ਅਤੇ ਟੁੱਟ ਗਿਆ। ਇਸ ਦੇ ਬਾਂਸ ਦੀਆਂ ਬਣੀਆਂ ਕਮਾਨੀਆਂ ਇੱਕ ਪੱਖੇ ਦੇ ਵਾਂਗ ਉੱਪਰ ਉੱਠ ਆਈਆਂ। ਸ਼ੇਰ ਸਿੰਘ gathered grass, ਸ਼ੇਰ ਸਿੰਘ ਨੇ ਘਾਹ ਇਕੱਠੀ ਕੀਤੀ, and plaiting it into a rope, ਅਤੇ ਉਸਦੇ ਨਰੜ ਨੂੰ ਫਾੜ ਕੇ ਇੱਕ ਰੱਸੀ ਬਣਾਈ। tied it round his brother, ਆਪਣੇ ਤੇ ਆਪਣੇ ਭਰਾ ਦੇ ਦੁਆਲੇ ਇਸ ਨੂੰ ਬੰਨ੍ਹਿਆ। and himself, so they would keep together, ਤਾਂ ਕਿ ਉਹ ਇਕੱਠੇ ਰਹਿ ਸਕਣ। Then he entered the water just above the bridge. ਤਦ ਉਹ ਪੁਲ ਵਾਲੀ ਥਾਂ ਤੋਂ ਪਾਣੀ ਵਿੱਚ ਦਾਖਲ ਹੋ ਗਿਆ। The river seized them and flattened them against the wreck. ਨਦੀ ਨੇ ਉਹਨਾਂ ਨੂੰ ਟੁੱਟੇ ਹੋਏ ਪੁਲ ਦੇ ਨਾਲ ਵਹਾ ਲਿਆ। Unable to move at first, ਪਹਿਲਾਂ ਉਹ ਹਿੱਲਣ ਵਿੱਚ ਅਸਮਰਥ ਰਿਹਾ। He edged forward into the maelstrom, feeling for the split ends of the bamboo. ਪਰ ਫਿਰ ਉਹ ਬਾਂਸ ਦੇ ਟੁੱਟੇ ਹੋਏ ਸਿਰਿਆਂ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਹੌਲੀ-ਹੌਲੀ ਅੱਗੇ ਭੰਵਰ ਵੱਲ ਵਧਣ ਲੱਗਿਆ। The deluge defended him, timber bent and brushed him. ਹੜ੍ਹ ਦੀ ਆਵਾਜ਼ ਦੇ ਨਾਲ ਉਹ ਬੋਲਾ ਹੋ ਰਿਹਾ ਸੀ, ਲੱਕੜਾਂ ਉਸ ਦੇ ਨਾਲ ਟਕਰਾ ਰਹੀਆਂ ਸਨ ਅਤੇ ਉਸ ਨੂੰ ਝਰੀਟਾਂ ਮਾਰ ਰਹੀਆਂ ਸਨ। It was so cold he could hardly keep his hold. ਪਾਣੀ ਇੰਨਾ ਠੰਡਾ ਸੀ ਕਿ ਉਹ ਆਪਣੀ ਪਕੜ ਨੂੰ ਜ਼ਿਆਦਾ ਮਜ਼ਬੂਤ ਨਹੀਂ ਕਰ ਪਾ ਰਿਹਾ ਸੀ। He could not get his breath in the spray. ਉਹ ਪਾਣੀ ਦੀਆਂ ਬੁਛਾਰਾਂ ਦੇ ਵਿੱਚ ਸਾਹ ਮੁਸ਼ਕਿਲ ਨਾਲ ਹੀ ਲੈ ਰਿਹਾ ਸੀ। And he did not know if his brother lived or died. ਅਤੇ ਉਹ ਇਹ ਨਹੀਂ ਜਾਣਦਾ ਸੀ ਕਿ ਉਸਦਾ ਭਰਾ ਜਿਉਂਦਾ ਹੈ ਜਾਂ ਮਰ ਗਿਆ। He crossed the second river. ਉਸਨੇ ਦੂਸਰੀ ਨਦੀ ਨੂੰ ਪਾਰ ਕਰ ਲਿਆ। He stumbled on his knees, bent and trembling. ਉਹ ਰੜਖੜਾਉਣ ਲੱਗਿਆ, ਉਸਦੇ ਗੋਡੇ ਝੁਕਣ ਲੱਗੇ ਅਤੇ ਉਹ ਕੰਬ ਰਿਹਾ ਸੀ। He crawled. ਉਹ ਗੋਡਿਆਂ ਦੇ ਭਾਰ ਰੇਂਗਣ ਲੱਗਿਆ। Then there was a road. ਤਦ ਉੱਥੇ ਸੜਕ ਆ ਗਈ। And the barking of the dogs, ਅਤੇ ਕੁੱਤਿਆਂ ਦੇ ਭੌਂਕਾਂ ਦੀ ਆਵਾਜ਼, heralding a village, ਇੱਕ ਪਿੰਡ ਦੇ ਹੋਣ ਦਾ ਸੰਕੇਤ ਦੇ ਰਹੀ ਸੀ। Finally, he reached to the hospital. ਅੰਤ ਵਿੱਚ ਉਹ ਹਸਪਤਾਲ ਪਹੁੰਚ ਗਿਆ। After some time, the doctor came and said, his brother is well, now he can meet his brother. ਕੁਝ ਸਮੇਂ ਬਾਅਦ ਡਾਕਟਰ ਆਇਆ ਅਤੇ ਉਸਨੇ ਕਿਹਾ ਕਿ ਉਸਦਾ ਭਰਾ ਹੁਣ ਠੀਕ ਹੈ ਅਤੇ ਉਹ ਆਪਣੇ ਭਰਾ ਨੂੰ ਮਿਲ ਸਕਦਾ ਹੈ। I hope you all have understood about the story of the lesson. Now you have to try to solve the questions from your book. Thanks. Have a good day.